ਜੋ ਜੀਏ ਹੋਏ ਸੋਗ ਵੈ ਮੁਕਾ ਕਹਿ ਆਵਾਓ, ਬੀਜੇ ਬਿਖ ਮੰਗੇ ਮ੍ਰਿਤ ਵੇਖੋ ਇਹ ਨਿਆ। ਨਾਲੇ ਆਣੇ ਦੋਸ਼ ਦੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤੇ ਹੋ ਵਰਤੈ ਵੇਖੋ ਕੋ ਨਿਰਜਾਸ। ਵਸਤੂ ਅੰਦਰ ਮੈਂ ਸਮਾਵੈ, ਦੂਜੀ ਹੋਵੇ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੇ ਅਰਦਾਸ। ਕੂੜ ਕਮਾਵੇ ਕੂੜ ਹੋਵੇ, ਨਾਨਕ ਸਿਫਤ ਵਿਗਾਸ। ਨਾਲੇ ਆਲੇ ਦੋਸਤੀ ਵਡਾਰੂ ਸਿਉਨੇ, ਪਾਣੀ ਅੰਦਰ ਲੀਕ ਜਿਉ। ਤਿਸ ਦਾ ਥਾਂ ਨਾ ਤੇ ਹੋਏ ਆਣਾ, ਕਰੇ ਕੰਮ ਆਣ ਸਕੇ ਰਾਸ। ਜੇ ਇੱਕ ਅੱਧ ਚੰਗੀ ਕਰੇ, ਦੂਜੀ ਵੀ ਵੇ ਰਾਸ। ਕੋੜ ਚੱਕਰ ਲੱਗੇ ਚੱਕਰੀ, ਜੇ ਚੱਲੇ ਖਸਮੇ ਭਾਏ, ਹੁਰਮਤ ਤਿਸਨੂੰ ਅਕਲੇ। ਹੋਵਾ ਜੋ ਬਿਦੂਣਾ ਖਾਏ, ਖਸਮ ਕਰੇ ਬਰਾਬਰੇ। ਫਿਰ ਗੈਰ ਤੇ ਅੰਦਰ ਪਾਏ, ਬਜੋ ਗਵਾਏ ਅਗਲਾ। ਮੋਹੇ ਮੋ ਪਾਣ ਕਾ, ਜਿਸ ਸਦਤਾ ਖਾਣਾ, ਤਿਸ ਕਹੀਏ ਸਬਾਸ। ਨਾਨਕ ਨ ਚੱਲੇ, ਨਾਨਕ ਖਸਮ ਚੱਲੇ ਅਰਦਾਸ, ਚੱਲੇ ਅਰਦਾਸ, ਚੱਲੇ ਅਰਦਾਸ। ਪੌੜੀ ਚੱਕਰ ਲੱਗਿਆ ਚੱਕਰੀ, ਜੇ ਚੱਲੇ ਖਸਮੇ ਪਹਾਏ। ਹੁਰਮਤ ਤਿਸਨੂੰ ਅਗਲੀ, ਵਜੋ ਪਹਿਦੂਣਾ ਖਾਏ। ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਵਜੋ ਗਵਾਏ ਅਗਲਾ, ਮੋਹ ਮੋਹ ਪਾਣਾ ਖਾਏ। ਜਿਸ ਦਾ ਦਿੱਤਾ ਖਾਵਣਾ, ਤਿਸ ਕਈ ਐਸਾ ਬਾਸ। ਨਾਨਕ ਹੁਕਮ ਨ ਚੱਲੇ, ਨਾਲ ਖਸਮ ਚਲੇ ਅਰਦਾਸ। ਜਿਨ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰਖਣ ਹਾਰਾ। ਰਾਮ ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੈ। ਜਿਨ ਹਰ ਨਾਮ ਪਿਆਰਾ, ਜਿਨ ਹਰ ਸੇਤੀ ਮਨ ਮਾਨਿਆ। ਸਭ ਦੁਸ਼ਟ ਝਕ ਮਾਰਾ, ਨਾਨਕ ਨਾਮ ਤੇ ਆਇਆ। ਹਰ ਰਖਣ ਹਾਰਾ, ਰਖਣ ਹਾਰਾ ਵਾਹਿਗੁਰੂ। ਸ਼ਲੋਕ ਮਹਲਾ ਦੂਜਾ। ਇਕ ਨਿਹਿਦਾਤ ਆਪ ਸੇ ਜੋ ਪਾਈਐ, ਨਾਨਕ ਸਕਰਮਾਤ ਸਾਹਿਬ ਤੁਠੈ, ਜੋ ਮਿਲੇ ਮਹਲਾ ਦੂਜਾ। ਏਕ ਨਹੀਂ ਚਾਕਰੀ, ਜਦ ਮੋਕਸ ਬਨਾ ਜਾਏ। ਨਾਨਕ ਦੋ ਨਾਨਕ ਇਵੇਂ ਜਾਣੀਏ। ਨਾਨਕ ਏਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਕਰਮਾਤ ਸਾਹਿਬ ਤੁਠੈ, ਜੋ ਮਿਲੇ ਮਹਲਾ ਦੂਜਾ। ਏਕ ਨਹੀਂ ਚੱਕਰ, ਜਿਤ ਮੋਕਸ ਬਨਾ ਜਾਏ। ਨਾਨਕ ਸੇਵਕ ਕਾਂਡੀ ਅੰਜ ਸੇਤੀ, ਖਸਮ ਸਮਾਏ ਪੌੜੇ। ਨਾਨਕ ਅੰਤ ਨ ਜਪਨੀ, ਹਰ ਤਾਂ ਕੇ ਪਾਰਾਵਾਰ। ਆਪ ਕਰਾਏ ਸਾਖਤੀ, ਫਿਰ ਆਪ ਕਰਾਏ ਮਾਰ। ਇਕ ਨਗਲ ਜੀਰੀਆ, ਇਕ ਤੁਰੀ ਚੜੈ ਵਿਸਿਆਰ। ਆਪ ਕਰਾਏ ਕਰੇ ਆਪ, ਹਉ ਕੈਸੇ ਕਰੀ ਪੁਕਾਰ। ਨਾਨਕ ਕਰਣਾ ਜਿਨ ਕੀਆ, ਫਿਰ ਤਿਸ ਹੀ ਕਰਨੀ ਸਾਰ, ਕਰਨੀ ਸਾਰ, ਕਰਨੀ ਸਾਰ। ਪੌੜੀ ਨਾਨਕ ਅੰਤ ਨ ਜਾਪਣੀ, ਹਰ ਤਾਕੇ ਪਾਰਾਵਾਰ। ਆਪ ਕਰਾਏ ਸਾਖਤੀ, ਫਿਰ ਆਪ ਕਰਾਏ ਮਾਰ। ਇਕ ਨਾ ਗਲੀ ਜੰਜੀਰਿਆ, ਇਕ ਤੁਰੀ ਚੜੈ ਬਿਸਿਆਰ। ਆਪ ਕਰਾਏ ਕਰੇ ਆਪ, ਹੋ ਕੈਸੋ ਕਰੀ ਪੁਕਾਰ। ਨਾਨਕ ਕਰਣਾ ਜਿਨ ਕੀਆ, ਫਿਰ ਤਿਸ ਹੀ ਕਰਨੀ ਸਾਰ। ਹਰ ਜੁਗ ਜੁਗ ਭਗਤ ਪਾਇਆ, ਹਰ ਰਖਦਾ ਰਾਮ ਰਾਜੇ। ਹਰ ਰਾਖਸ਼ ਦੋਸਤ ਹਾਰ ਮਾਰਿਆ। ਪ੍ਰਹਿਲਾਦ ਤਰਾਇਆ, ਅਹੰਕਾਰੀ ਨਿੰਦਕਾਂ ਬੈਠ ਦੇ। ਨਾਮ ਦੇਵ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ। ਅੰਤ ਲੈ ਨੀ ਛੜਾਇਆ, ਜਨ ਨਾਨਕ ਐਸਾ ਹਰ ਸੇਵਿਆ। ਸ਼ਲੋਕ ਮਹਲਾ ਪਹਿਲਾ। ਆਪੇ ਭਾਂਡੇ ਸਾਜਨੇ ਆਪੇ ਪੂਰਨ ਦੇ, ਇਕ ਨੀ ਦੁੱਤ ਸਮਾਈਐ
ਚੁੱਲੇ ਰਹਿਣ ਚੜੇ ਇੱਕ ਨਿਹਾਲੇ ਪੈਸਵਨਿਕ ਉਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰ ਆਪ ਜਾਈ ਬਿਰਖੇ ਤਿਸ ਜਮ ਤੂੰ ਪਾਏ ਕਹਿੰਦੇ ਕਹਿ ਥਾ ਪੁਥਾ ਕਿਸਨੂੰ ਕੀਏ ਨਾਨਕਾ ਸਭ ਕਿਛ ਆਪੇ ਆਪ ਸਭ ਕਿਛ ਆਪੇ ਆਪ ਸਭ ਕਿਛ ਆਪੇ ਆਪ ਪੌੜੀ ਵੜੇਕੀਆਂ ਵੜਿਆਈਆਂ ਕਹਿਣ ਨਾ ਜਾਏ ਸੁਕਰਤਾ ਕਾਦਰ ਕਰੀਮ ਦੇ ਜੀਆਂ ਰਿਸ ਸੰਭਾਏ ਸਾਈ ਘਰ ਕਮਾਵਣੀ ਹੋਰ ਛੋਟੀ ਕਿਨੇ ਪਾਏ ਨਾਨਕ ਕੀ ਬਾਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਸਿਰ ਜਾਏ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ ਸਾਈ ਕਾਰ ਕਮਾਵਣੀ ਤੁਰ ਛੋਡੇ ਤਿਨੈ ਪਾਏ ਨਾਨਕੇ ਕੀ ਬਾਹਰੇ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੈ ਰਜਾਏ ਸੋ ਕਰੇ ਜੇ ਤਿਸੈ ਰਜਾਏ ਸੁਧ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤ ਸੰਗਤ ਦੇ ਲਾਹੇ ਬਖਸ਼ੇ ਗਰੀਬ ਨਵਾਜ਼ ਸਰਬੱਤ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਨ ਕਰੀਏ ਲੜੀਵਾਰ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਜਿਉ ਭਾਵੈ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ RAM ਰਾਜੇ ਹਮ ਭੂਲ ਵਿਗਾੜਾ ਦਿਨ ਸੁਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲਾਈਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾ
ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਿਸੂਰੇ। ਪੂਰਨ ਪੁਰਖ ਚੁਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਪੂਰਨ ਪੁਰਖ ਚੁਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਸੋਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ 'ਚ ਪਹੁੰਚ ਕੇ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਗੁਰੂ ਕੇ ਦਰਸ਼ਨ ਦੀਦਾਰਿਆਂ ਦੇ ਪਰਾਇਣ ਟਿਕ ਕੇ ਆਪਣੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਪਾਵਨ ਲੜੀਵਾਰ ਸ਼ਬਦ ਵਿਚਾਰ ਰਾਹੀਂ ਆਪਾਂ ਨੂੰ ਸੁੰਦਰ ਉਪਦੇਸ਼ ਬਖਸ਼ਿਸ਼ ਕਰਦੇ ਆ ਰਹੇ ਨੇ। ਪਾਵਨ 783 ਅੰਗ ਤੇ ਸੂਹੀ ਰਾਗ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਛੰਤ ਚੱਲ ਰਹੇ ਨੇ ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਇਹ 10ਵਾਂ ਸ਼ਬਦ ਹੈ, 10ਵਾਂ ਛੰਤ ਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਪਾਵਨ ਸ੍ਰੀ ਮੁਖ ਬਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਪਾਦਨ ਹੋ ਕੇ ਜਿਸ ਵੇਲੇ ਸਾਰੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਤੋਂ ਮਹਾਰਾਜ ਜੀ ਨੇ ਲਿਖਵਾ ਲਈ। ਜਿੰਨੀ ਬਾਣੀ ਸੀ ਪਹਿਲੇ ਚੌਹਾਂ ਸਤਿਗੁਰਾਂ ਦੀ ਆਪ ਜੀ ਨੇ ਆਪਣੀ ਬਾਣੀ, ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਔਰ ਭੱਟ ਸਾਹਿਬਾਨਾਂ ਦੀ ਸਾਰੀ ਬਾਣੀ ਮਹਾਰਾਜ ਜੀ ਨੇ ਸੰਪੂਰਨ ਕੀਤੀ। ਤਰਤੀਬਵਾਰ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾਈ
ਔਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਦਰੋਂ ਸੁਦੀ ਏਕਮ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਕੀਤੇ ਸਨ 1604 ਈਸਵੀ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਪ੍ਰਕਾਸ਼ ਹੋਏ ਸਨ, ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸੇਵਾ ਬਖਸ਼ੀ ਸੀ ਕਿ ਤੁਸੀਂ ਪ੍ਰਕਾਸ਼ ਕਰੋ। ਤਾਂ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤੇ ਸੀ, ਗੁਰੂ ਸਾਹਿਬ ਦੀ ਆਗਿਆ ਪਾ ਕੇ ਤਾਬਿਆ ਬੈਠੇ, ਬੜੀ ਸ਼ਰਧਾ ਨਾਲ, ਪ੍ਰੇਮ ਨਾਲ, ਲਚਕੀਲੇ ਹੱਥਾਂ ਨਾਲ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹ ਸਰੂਪ ਇਹਨਾਂ ਸਰੂਪਾਂ ਤੋਂ ਬਹੁਤ ਵੱਡੇ ਨੇ ਆਕਾਰ ਵਿੱਚ, ਜਿਹੜੇ ਪ੍ਰਕਾਸ਼ ਕੀਤੇ ਗਏ ਸਨ। ਸ੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ ਕਰਕੇ ਪ੍ਰਸਿੱਧ ਹਨ। ਔਰ ਹੁਣ ਵੀ ਸ੍ਰੀ ਕਰਤਾਰਪੁਰ ਸਾਹਿਬ ਦੁਆਬੇ ਵਿੱਚ ਹੀ ਗੁਰਦੁਆਰਾ ਥੰਮ ਸਾਹਿਬ ਵਿਖੇ ਸੁਭਾਏਮਾਨ ਨੇ। 2700 ਤੋਂ ਉੱਪਰ ਅੰਗ ਹੈ ਉਹਨਾਂ ਦੇ, ਇਹ ਤੇ 1430 ਅੰਗ ਨੇ, ਮਸ਼ੀਨੀ ਛਾਪਾ ਹੈ। ਉਹ ਹੱਥ ਲਿਖਤ ਸਰੂਪ ਹੈ ਭਾਈ ਗੁਰਦਾਸ ਸਾਹਿਬ ਜੀ ਦਾ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸ ਕਰਕੇ ਉਹਨਾਂ ਨੂੰ ਆਦਿ ਕਹਿੰਦੇ, ਸਭ ਤੋਂ ਪਹਿਲੇ ਲਿਖੇ ਗਏ ਆਦਿ ਵਿੱਚ, ਮੁੱਢ ਵਿੱਚ, ਇਸੇ ਕਰਕੇ ਆਦਿ ਉਹਨਾਂ ਦਾ ਨਾਮ ਪਿਆ। ਅਸੀਂ ਭਾਵੇਂ ਇਹਨਾਂ ਨੂੰ ਵੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਦਿੰਦੇ ਹਾਂ, ਲੇਕਿਨ ਉਹਨਾਂ ਨੂੰ ਆਦਿ ਤਾਂ ਕਿਹਾ ਕਿ ਪਹਿਲੀ ਵਾਰ ਸੀ ਮੁੱਢ ਵਿੱਚ। ਸੋ ਉਹ ਸਰੂਪ 2700 ਤੋਂ ਵੱਧ ਅੰਗ ਆ, ਕੁਝ ਉੱਪਰ ਆ, ਮੈਨੂੰ ਖਿਆਲ ਭੁੱਲ ਗਿਆ ਗਿਣੇ, ਤਾਂ ਸਾਨੂੰ ਉਦੋਂ ਦੇਖੇ ਸੀ, ਦਰਸ਼ਨ ਕੀਤੇ ਸੀ ਇੱਕ ਵਾਰ। ਉਹਦੇ ਬਾਬਾ ਜੀ ਨੂੰ ਜਿਵੇਂ ਸਮਝਾਇਆ ਸੀ ਕਿ ਹੁਕਮਨਾਮਾ ਲੈਣਾ ਤੁਸੀਂ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਸੋ ਉਹਨਾਂ ਨੇ ਉਸੇ ਤਰ੍ਹਾਂ ਹੀ ਪੱਤਰਾ ਪਲਟ ਕੇ, ਸੋ ਬਾਬਾ ਬੁੱਢਾ ਸਾਹਿਬ ਜੀ ਨੇ ਮੁੱਖ ਵਾਕ ਲਏ। ਉਹ ਸਰੂਪ ਦੇ 974 ਅੰਗ 'ਤੇ ਹੈ। ਇਹ ਸ਼ਬਦ ਛੰਤ ਸੁਭਾਏਮਾਨ ਹੈ। ਇਹਨਾਂ ਦੇ 783 ਅੰਗ ਤੋਂ ਪ੍ਰਾਰੰਭ ਹੁੰਦੇ ਨੇ ਹੇਠੋਂ, ਅਤੇ ਉੱਪਰ ਜਾ ਕੇ ਦੂਜੇ ਬੰਨੇ 3 ਪੌੜੀਆਂ ਨੇ ਛੰਤ ਦੀਆਂ, ਹੱਦ ਵਿਚਕਾਰ ਜਾ ਕੇ ਸੰਪੂਰਨ ਹੁੰਦੇ ਨੇ 84 ਅੰਗ ਦੇ। ਇਉਂ ਅੰਮ੍ਰਿਤ ਵੇਲੇ ਪ੍ਰਕਾਸ਼ ਕੀਤਾ ਸੀ ਮਹਾਰਾਜ ਜੀ ਨੇ। ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਵਾਇਆ ਸੀ। ਸਾਰਾ ਦਿਨ ਲੰਗਰ ਚੱਲਦੇ ਰਹੇ, ਖੁੱਲੀ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ, ਕੀਰਤਨ ਹੋਇਆ, ਕਥਾ ਵਿਚਾਰਾਂ ਹੋਈਆਂ, ਸੰਗਤਾਂ ਦਾ ਸਾਰਾ ਦਿਨ ਤੰਤਾ ਲੱਗਾ ਰਿਹਾ ਸੀ। ਆਸ਼ਾ ਸ਼ਿਕਾਰ ਉੱਠੀਆਂ ਸੀ ਸੰਗਤਾਂ ਦੇ ਦਾਰੇ ਕਰਕੇ, ਐਸਾ ਸੁੰਦਰ ਮਾਹੌਲ ਸੀ, ਫੁੱਲ ਵਰਸਾ ਰਹੀਆਂ ਸਨ। ਅੰਮ੍ਰਿਤ ਵੇਲੇ ਹੀ ਪ੍ਰਕਾਸ਼ ਕੀਤਾ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਆਗਿਆ ਪਾ ਕੇ। ਆਰੇ ਮੁੱਖ ਵਾਕ ਆਏ ਸਨ। ਇਹ 783 ਅੰਗ ਆ, ਉਹ 974 ਹੈ। ਪਹਿਲਾ ਭਾਵ ਮੈਂ ਬੇਨਤੀ ਕੀਤੀ ਸੀ ਕੱਲ੍ਹ ਵੀ ਕਿ ਪਹਿਲਾ ਉਹੀ ਭਾਵ ਹੈ 12 ਬਾਜ ਭਾਵ, ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇੱਕ ਹੋਰ ਅਸਚਰਜ ਬਾਤ ਇਹ ਵੀ ਹੈ ਵੀ ਜਿਸ ਵੇਲੇ ਹਰਿਮੰਦਰ ਸਾਹਿਬ ਜੀ ਦੀ ਸੇਵਾ ਹੋ ਰਹੀ ਸੀ ਉਥਾਨਕਾ ਮੁਤਾਬਕ, ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਜੇ ਨੀਂਹ ਰੱਖਣੀ ਸੀ, ਜਿਸ ਥਾਂ 'ਤੇ ਨੀਂਹ ਰੱਖੀ ਹੈ ਥਾਂ ਬਹੁਤ ਸਖਤ ਕਰੜਾ ਸੀ। ਔਰ ਉਹ ਮਹਾਰਾਜ ਸਾਹਿਬ ਸੇਵਾ ਕਰਵਾ ਰਹੇ ਸੀ। ਗਰਮੀ ਦੇ ਦਿਨ ਸਨ, ਜਦੋਂ ਇਹ ਸੇਵਾ ਸਰੋਵਰ ਦੀ ਕਰਵਾ ਰਹੇ ਸੀ, ਪਟਵਾ ਰਹੇ ਸਨ। ਕਈ ਜਿਹੜੀ ਥੱਲੇ ਮਾਰੀ ਹੋਈ ਸਿਰ ਨੂੰ ਆ ਰਹੀ ਸੀ, ਦੁਪਹਿਰ ਦਾ ਵੇਲਾ, ਥਾਂ ਕਰੜਾ। ਮਹਾਰਾਜ ਵਿੱਚ ਇਹ ਸੇਵਾ ਕਹਿੰਦੇ ਭਾਈ ਛੱਡ ਦਿਓ, ਅੱਜ ਨਹੀਂ ਕਰਨੀ। ਸੰਗਤ ਨੂੰ ਆਂਦੇ ਚਲੋ ਆਰਾਮ ਕਰੋ। ਗੁਰੂ ਕੇ ਮਹਿਲਾਂ ਚਲੇ ਗਏ ਸੀ। ਸ਼ਾਮ ਨੂੰ ਦੀਵਾਨ ਲੱਗਾ, ਰਾਤ ਨੂੰ ਸੰਗਤ ਬਿਰਾਜੀ, ਸਵੇਰੇ ਫੇਰ ਦੀਵਾਨ ਲੱਗਾ। ਫਿਰ ਮਹਾਰਾਜ ਆਏ ਸਨ। ਇੱਧਰੋਂ ਹੀ ਆਏ ਸੀ ਜਿੱਧਰ ਦਰਸ਼ਨੀ ਡਿਉੜੀ ਹੈ, ਤਾਂ ਕਰਕੇ ਹੀ ਬਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ। ਹੋਰ ਪਾਸੇ ਵੀ ਬਣ ਸਕਦੀ ਸੀ, ਨਹੀਂ ਤੇ ਇੱਧਰੋਂ ਮਹਾਰਾਜ ਗੁਰੂ ਕੇ ਮਹਿਲ ਸਿੱਧੇ ਆ, ਇੱਧਰੋਂ ਬਾਜ਼ਾਰ ਵਿੱਚ
ਹੁਣ ਬਾਹਰ ਘੰਟਾ ਘਰ ਗੇਟ ਤੋਂ ਜਾਂ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸੱਜੇ ਪਾਸੇ ਵਾਲੀ ਬਾਹੀ ਹੈ, ਉੱਧਰੋਂ ਜਾ ਕੇ ਬਾਹਰ ਜਾ ਕੇ ਵਲ ਕੇ ਫਿਰ ਉੱਧਰ ਨੂੰ ਹੋਈਦਾ ਗੁਰੂ ਕੇ ਮਹਿਲਾਂ ਵੱਲ। ਉੱਥੋਂ ਸਿੱਧਾ ਰਸਤਾ ਸੀ ਪਹਿਲਾਂ। ਉੱਧਰੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਏ ਸੀ, ਸਰੋਵਰ ਦੇ ਕਿਨਾਰੇ 'ਤੇ ਵਿਚਕਾਰ ਖੜ੍ਹੇ, ਜਿੱਥੇ ਦਰਸ਼ਨੀ ਡਿਉੜੀ। ਇੱਥੋਂ ਜਿਹੜੀ ਸੇਵਾ ਛੱਡ ਗਏ ਸੀ ਅਕਾਲ ਪੁਰਖ ਨੇ ਆਪਣਾ ਸਥਾਨ ਜਾਣ ਕੇ, ਸੋ ਵਾਹਿਗੁਰੂ ਪਰਮੇਸ਼ਰ ਨੇ, ਨਾਮੀ ਨੇ, ਸੋ ਆਪ ਆ ਕੇ ਸਾਰੀ ਕਾਇਨਾਤ ਦੇ ਗੁਪਤ ਸ੍ਰਿਸ਼ਟੀ ਜਿੰਨੀ 4 ਤਰ੍ਹਾਂ ਦੇ ਭਗਤ ਨੇ, ਸਲੋਕ, ਸਮੀਪ, ਸਰੂਪ, ਸੁਜੁਜ, ਮੁਕਤੀ ਵਾਲੇ, ਸਾਰਿਆਂ ਨੂੰ ਨਾਲ ਲੈ ਕੇ ਉੱਥੇ ਆਪ ਉਹ ਮਿੱਟੀ ਪੱਟੀ ਸੀ, ਪੁੱਟ ਕੇ ਸਭ ਮਿੱਟੀ ਸੁੱਟਤੀ ਸੀ ਜਿਹੜੀ ਕਰੜੀ ਸੀ। ਸੇਵਾ ਸਿੱਖ ਦਾ ਰੂਪ ਧਾਰਨ ਕਰਕੇ ਕਰ ਰਹੇ ਸੀ, ਨਿਰੰਕਾਰ ਅਕਾਲ ਪੁਰਖ। ਔਰ ਮਹਾਰਾਜ ਸਾਹਿਬ ਨੇ ਉੱਥੇ ਖੜੋ ਕੇ ਦਰਸ਼ਨ ਹੋਏ ਸੀ ਸੇਵਾ ਕਰਦਿਆਂ ਦੇ, ਕਈ ਫੜੀ ਹੋਈ ਸੀ ਆਪ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਵੇਂ ਜਾਣੀ ਜਾਣ ਸਨ ਭਾਈ ਬੁੱਢਾ ਸਾਹਿਬ ਜੀ ਨੂੰ ਉੱਥੋਂ ਕਿਹਾ ਸੀ, ਕੌਣ ਹੈ ਸੰਗਤ ਕਿੱਥੋਂ ਦੀ ਜਿਹਨੇ ਸੇਵਾ ਕਰ ਦਿੱਤੀ ਜਿਹੜੀ ਆਪਾਂ ਛੱਡ ਕੇ ਗਏ ਸੀ। ਭਾਈ ਬੁੱਢਾ ਸਾਹਿਬ ਜੀ ਨੇ ਕਿਹਾ ਸੀ, ਮਹਾਰਾਜ ਮੈਨੂੰ ਪੁੱਛਦੇ ਹੋ ਤੁਸੀਂ। ਬਹੁਤ ਉੱਚੀ ਅਵਸਥਾ ਸੀ ਉਹਨਾਂ ਦੀ, ਬ੍ਰਹਮ ਗਿਆਨ ਹੋ ਗਿਆ ਸੀ। ਮਹਾਰਾਜ ਤੁਸੀਂ ਆਪ ਹੀ ਇਸ ਰੂਪ ਵਿੱਚ ਹੋ, ਸਰਗੁਣ ਸਰੂਪ ਵਿੱਚ ਹੋ, ਅਤੇ ਆਪ ਹੀ ਉੱਧਰ ਸੇਵਾ ਕਰ ਰਹੇ ਹੋ, ਨਿਰਗੁਣ ਸਰੂਪ ਵੀ ਆ ਗਿਆ ਆਪ ਜੀ ਦਾ ਸਿੱਖ ਦੇ ਰੂਪ ਵਿੱਚ। ਉਹ ਆਪ ਹੀ ਪ੍ਰਭੂ ਵੇਖੋ ਸਾਰੀ ਗੁਪਤ ਸ੍ਰਿਸ਼ਟੀ ਜਿੰਨੀ ਸੇਵਾ ਕਰ ਰਹੀ ਹੈ। ਸੱਚੇ ਪਾਤਸ਼ਾਹ ਉੱਥੋਂ ਦੀਦਾਰੇ ਹੋਏ ਸਨ ਮਹਾਰਾਜ ਜੀ। ਫਿਰ ਜੱਫੀ ਵੀ ਪਾਈ ਗਈ ਆਪਸ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਦੀਦਾਰੇ ਕਰਕੇ ਸ਼ਬਦ ਛੰਤ ਉਚਾਰਨ ਕੀਤੇ ਸੀ। ਕਿੰਨੀ ਸੋਹਣੀ ਫਿਲਾਸਫੀ। ਜਦੋਂ ਸੇਵਾ ਹਰਿਮੰਦਰ ਸਾਹਿਬ ਦੀ ਹੋ ਰਹੀ ਸੀ, ਅਜੇ ਨੀਂਹ ਨਹੀਂ ਰੱਖੀ ਸੀ ਹੇਠਲਾ ਪਾਸ ਸਰੋਵਰ ਦੀ, ਉਦੋਂ ਇਹ ਸ਼ਬਦ ਉਚਾਰਨ ਹੋਏ। ਜਦੋਂ ਪ੍ਰਕਾਸ਼ ਹੋਇਆ ਪਹਿਲੇ ਦਿਨ, ਉਦੋਂ ਸ੍ਰੀ ਮੁਖ ਵਾਕ ਆਏ। ਔਰ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਲਚਕ ਨਾਲ, ਸਹਿਜ ਨਾਲ ਵਿਚਕਾਰੋਂ ਸਰੂਪ ਲਏ ਸਨ, ਅੱਧੇ ਅੱਧੇ ਆਪਣੇ ਹਿਸਾਬ ਨਾਲ, ਅਤੇ ਮੁੱਖ ਵਾਕ ਆਏ ਸੀ। ਮੱਧ ਵਿੱਚੋਂ ਲਿਆ ਸੀ ਉਹ ਕਹਿ ਲਈਏ। ਸੋ ਮਹਾਰਾਜ ਸਾਹਿਬ ਜੀ ਨੇ ਕਿ ਉਸ ਵੇਲੇ ਉਚਾਰਨ ਕੀਤੇ। ਪਹਿਲਾ ਭਾਵ ਬਾਝ ਅਰਥ ਹੈ ਬਾਰੀ ਪ੍ਰਤੱਖ ਜੋ ਸੂਹੀ। ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਕਿ ਮਹਾਂਪੁਰਖਾਂ ਦੇ, ਸੰਤਾਂ ਦੇ, ਸਤਿਗੁਰੂ ਦੇ ਕਾਰਜ ਜੋ ਸਾਡੇ ਕਾਰਜ ਜਿਤਵੇ ਉਹਨਾਂ ਨੂੰ ਸੰਪੂਰਨ ਕਰਨ ਵਾਸਤੇ ਆਪ ਖਲੋਆ ਗਿਆ, ਆ ਕੇ ਖਲੋ ਗਿਆ, ਖਲੋਇਆ, ਆ ਕੇ ਖੜ ਗਿਆ ਵਾਹਿਗੁਰੂ ਪਰਮੇਸ਼ਰ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਗੁਰੂ ਸਾਹਿਬਾਂ ਦਾ ਗੁਰੂ ਅਕਾਲ ਪੁਰਖ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਈ ਹੁਣ ਗੁਰਸਿੱਖੋ ਕੋਈ ਆਪਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਵੀ ਨਹੀਂ ਆਵੇਗੀ। ਸੱਚ ਇਹ ਹੈ, ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਵਾਹਿਗੁਰੂ ਆਪ ਕੰਮ ਕਰਾਉਣ ਆਇਆ ਰਾਮ ਅਕਾਲ ਪੁਰਖ। ਇਹ ਭਾਈ ਉਹ ਹਰੀ ਆਪ ਆਇਆ ਹੈ। ਪਹਿਲਾ ਭਾਵ ਇਹ ਰੱਖਿਆ ਸੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨਿਹਾਲ ਹੋ ਗਏ ਸਨ, ਸਿੱਖ ਵੀ, ਔਰ ਸਰੋਵਰ ਦੀ ਮਹਿਮਾ ਕਹੀ ਸੀ। ਹੁਣ ਆਉਣ ਨਾਲ ਅਕਾਲ ਪੁਰਖ ਨਾਮੀ ਆਪ ਹੈ, ਅਤੇ ਨਾਮ ਉਹਦੇ ਨਾਮ ਦਾ ਉਚਾਰਨ ਹੋਣਾ ਸੀ ਇੱਥੇ। ਕੀਰਤਨ ਭਗਤੀ ਕਲਯੁਗ ਦੇ ਸਮੇਂ ਅੰਦਰ, ਇਸ ਕਰਕੇ ਨਾਮੀ ਤੇ ਨਾਮ ਦੀ ਅਭੇਦਤਾ ਹੈ। ਹਰਿਮੰਦਰ ਸਾਹਿਬ ਅੰਮ੍ਰਿਤਸਰ ਇਹ ਸਥਾਨ ਤੇ ਇੱਕੋ ਇੱਕ ਹੈ ਜਿੱਥੇ ਨਾਮੀ ਤੇ ਨਾਮ ਦੀ ਅਭੇਦਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਵ ਰੱਖਿਆ ਸੀ ਕਿਵੇਂ ਸਰੋਵਰ ਵੀ ਜਿਹੜਾ ਪਵਿੱਤਰ ਹੋ ਗਿਆ, ਹੁਣ ਮਹਾ ਪਵਿੱਤਰ ਹੋ ਗਿਆ, ਧਰਤੀ ਸੋਭਨੀਕ ਹੋ ਗਈ ਹੈ। ਔਰ ਦੂਜਾ ਭਾਵ ਹੈ ਮਹਾਂਪੁਰਖਾਂ ਦੇ ਕਾਰਜ ਜਿਵੇਂ ਕਰਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਲਚਕੀਲੇ ਹੱਥਾਂ ਨਾਲ ਪ੍ਰਕਾਸ਼ ਕੀਤੇ ਸੀ। ਜਦੋਂ ਕਿਹਾ ਸੀ ਮਹਾਰਾਜ ਜੀ ਨੇ, ਬੁੱਢਾ ਸਾਹਿਬ ਸੋ ਖੋਲੋ ਗ੍ਰੰਥ, ਭਾਵੇਂ ਉੱਥੇ ਸ਼ਬਦ ਹੀ ਲਿਖੇ ਹੋਏ ਨੇ ਪੁਰਾਤਨ ਗ੍ਰੰਥਕਾਰਾਂ ਨੇ, ਲੇਹੋ ਆਵਾਜ਼ ਸੁਣਾ ਸਭ ਪੰਥ। ਸਾਰਾ ਪੰਥ ਸੁਣੇ, ਆਪ ਜੀ ਸਿੱਖੀ ਸੁਣੇ, ਸੰਗਤ ਸੁਣੇ, ਆਵਾਜ਼ਾਂ ਲਿਓ। ਅਦ ਬਸੈਤ ਗ੍ਰੰਥ ਤਬ ਖੋਲਾ,
ਲੈ ਆਵਾਜ਼ ਬੁੱਢਾ ਤਬ ਬੋਲਾ ਅਦ ਬਸੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਤੇ ਉੱਚੀ ਆਵਾਜ਼ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਮੁਖਵਾਕ ਸੁਣਾਏ ਸਨ ਜਿਹੜੇ ਆਏ ਉਸ ਵੇਲੇ। ਤੇ ਸੋਹੀ ਮਹੱਲਾ ਪੰਜਵਾ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਔਰ ਦੂਜਾ ਭਾਵ ਇਹਦਾ ਇਹ ਆ ਵੀ ਜਿਹੜੇ ਗੁਰਮਤਿ ਮਾਰਗ ਦੇ ਪਾਂਧੀ ਨੇ, ਜਿਹੜੇ ਮਹਾਂਪੁਰਖ ਸੰਤ ਹੁੰਦੇ ਨੇ ਸ਼ਾਂਤ ਆਤਮਾ, ਕਈ ਜਨਮਾਂ ਦੀ ਭਾਵੇਂ ਬੰਦਗੀ ਹੁੰਦੀ ਹੈ, ਜਿਸ ਜਨਮ ਵਿੱਚ ਮਿਲਾਪ ਹੋਣਾ ਹੁੰਦਾ, ਪ੍ਰਗਟ ਹੋਣਾ ਹੁੰਦਾ ਹਿਰਦੇ ਵਿੱਚ ਵਾਹਿਗੁਰੂ ਨੇ ਸਖਿਆਤਕਾਰ, ਉਹ ਜਨਮ ਵਿੱਚ ਫਿਰ ਉਹ ਇਕੱਲੇ ਨਹੀਂ ਤਰਦੇ, ਉਹ ਜਹਾਜ਼ ਦੀ ਨਿਆਈ ਹੁੰਦੇ ਨੇ, ਆਪ ਤਰਦੇ ਆ, ਦੁਨੀਆ ਨੂੰ ਵੀ ਤਾਰਦੇ ਆ, ਪਰਪਕਾਰ ਕਰਦੇ, ਬੇਅੰਤ ਕਾਰਜ ਕਰਦੇ ਨੇ। ਔਰ ਐਸੇ ਜਿਹੜੇ ਸ੍ਰੇਸ਼ਟ ਪੁਰਸ਼ ਨੇ ਸ਼ਾਂਤ ਆਤਮਾ, ਉਹਨਾਂ ਦੇ ਕਾਰਜ ਕਰਨ ਵਾਸਤੇ ਵਾਹਿਗੁਰੂ ਆਪ ਖਲੋਇਆ, ਆਪ ਉਹਨਾਂ ਦੇ ਹਿਰਦੇ ਵਿੱਚ, ਕਿ ਉਹਨਾਂ ਦਾ ਆਪਦਾ ਵੀ ਜਿਹੜਾ ਮੁਕਤੀ ਰੂਪੀ ਕਾਰਜ ਸਿੱਧ ਹੋ ਜਾਵੇ, ਪ੍ਰਕਾਸ਼ ਦਾ, ਗਿਆਨ ਦਾ ਹਨੇਰਾ ਮਿਟ ਕੇ ਗਿਆਨ ਦਾ ਪ੍ਰਕਾਸ਼ ਹੋਣਾ ਜਿਹੜਾ। ਔਰ ਇਹ ਕਰਕੇ ਜਿਹੜਾ ਕਿਹਾ ਸੀ, ਸੋ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਸੰਤ ਹੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਐਸਾ ਜਿਹੜਾ ਉਹਨਾਂ ਦਾ ਕਾਰਜ ਰਾਸ, ਕਈ ਜਨਮਾਂ ਦੀ ਬੰਦ, ਅਗਿਆਨ ਦਾ ਹਨੇਰਾ ਜਿਹੜਾ, ਇਹਦੇ ਕਰਕੇ ਦੁੱਖ ਨੇ, ਹਰਖ ਛੋਗ ਹਨ। ਜਿੰਨਾ ਚਿਰ ਇਹ ਟਿਕਿਆ ਰਹਿੰਦਾ, ਇਹ ਟੁੱਟਦਾ ਨਹੀਂ ਗਿਆਨ ਅੰਦਰੋਂ, ਉਹਨਾਂ ਚਿਰ ਕਾਰਜ ਰਾਸ ਨਹੀਂ ਆਉਂਦਾ। ਮੁਕਤੀ ਦਾ, ਗਿਆਨ ਦਾ, ਧਿਆਨ ਦਾ ਇੱਕ ਰਸ ਜਿਹੜਾ ਸੁੱਖ ਹੈ, ਆਤਮਾ ਦਾ ਸੁੱਖ ਹੈ, ਜਿਹਨੂੰ ਕਹਿ ਰਹੇ ਨੇ ਪੂਰਨ ਪੁਰਖ ਚੁੱਤ ਅਬਿਨਾਸੀ। ਇਸੇ ਪੌੜੀ ਵਿੱਚ ਉਹ ਉਹਨਾਂ ਚਿਰ ਪ੍ਰਾਪਤ ਨਹੀਂ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਖਸ਼ਿਸ਼ ਕਰਦੇ ਆ, ਭਗਤੀ ਸੰਪੰਨ ਹੋਣ ਤੇ ਸੰਤਾਂ ਕੇ ਕਾਰਜ ਆਪ ਖਲੋਇਆ, ਫਿਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ, ਆਪ ਹਿਰਦੇ ਵਿੱਚ ਸਥਿਤ ਹੋ ਜਾਂਦਾ, ਗਿਆਨ ਦਾ ਪ੍ਰਗਟਾਵਾ ਹੋ ਜਾਂਦਾ, ਵਾਹਿਗੁਰੂ ਅਗਿਆਨ ਦਾ ਹਨੇਰਾ ਬਿਨਸ ਜਾਂਦਾ ਹੈ। ਸੋ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨ, ਦੁੱਖਾਂ ਤੇ ਰੋਗਾਂ ਦਾ ਡੇਰਾ ਅਗਿਆਨ ਹੈ ਅੰਦਰ, ਉਹਨੂੰ ਤੋੜ ਦਿੱਤਾ ਹੈ। ਫਿਰ ਉਹ ਪੁਰਸ਼, ਭਾਵੇਂ ਇਸਤਰੀ ਹੈ, ਭਾਵੇਂ ਪੁਰਸ਼ ਹੈ, ਮਰਦ ਹੈ, ਜਿਹੜਾ ਐਸਾ ਸੁਭਾਗਾ ਬੰਦਗੀ ਕਰਨ ਵਾਲਾ, ਫਿਰ ਉਹ ਆਪਣਾ ਜੀਵਨ ਆਨੰਦ ਦੇ ਸਮੇਤ ਬਤੀਤ ਕਰਦੇ ਨੇ। ਗਿਆਨਵਾਨ, ਗਿਆਨਵਾਨ ਨੂੰ ਕੋਈ ਦੁੱਖ ਨਹੀਂ ਹੁੰਦਾ ਹੈ। ਨਹੀਂ ਤੇ ਅਗਿਆਨ ਦੇ ਵਿੱਚ ਤੇ ਭਾਵੇਂ ਦੁਨੀਆ ਦਾ ਕਿੱਡਾ ਵੱਡਾ ਪਾਤਸ਼ਾਹ ਹੈ, ਕਿੱਡਾ ਵੱਡਾ ਸਮਰਾਟ ਆ, ਉਹ ਵੀ ਦੁਖੀ ਹੈ, ਹਰਖ ਛੋਗ ਵਿੱਚ ਆ। ਔਰ ਕੰਗਾਲ ਆ, ਉਹ ਵੀ ਦੁਖੀ ਹੈ, ਨਹੀਂ ਸੁੱਖ ਹੈ। ਅੰਧਕਾਰ ਸੁਖ ਕਬਹਿ ਨਾ ਸੋਈ ਹੈ। ਜਿੰਨਾ ਚਿਰ ਅਗਿਆਨ ਰਹਿੰਦਾ, ਭਗਤ ਕਬੀਰ ਸਾਹਿਬ ਜੀ ਫਰਮਾਨ, ਕਦੇ ਵੀ ਬਿਰਤੀ ਇੱਕ ਰਸ, ਉਹ ਆਤਮਾ ਦੇ ਆਨੰਦ ਦੇ ਸੁੱਖ ਵਿੱਚ ਨਹੀਂ ਸੁੱਤੀ ਹੈ ਕਿਸੇ ਦੀ। ਇਹ ਬਣੇ ਰਹਿੰਦੇ ਨੇ, ਤੌਖਲਾ ਬਣਿਆ ਰਹਿੰਦਾ ਹੈ, ਭਟਕਣਾ ਬਣੀ ਰਹਿੰਦੀ ਹੈ ਮਨ ਦੀ। ਅੰਧਕਾਰ ਸੁਖ ਕਬਹਿ ਨਾ ਸੋਈ ਹੈ, ਰਾਜਾ ਰੰਕ ਦੋਊ ਮਿਲ ਰੋਈ ਹੈ। ਭਾਵੇਂ ਕੋਈ ਰਾਜਾ, ਭਾਵੇਂ ਕੰਗਾਲਾ, ਦੋਵੇਂ ਮਿਲ ਕੇ ਰੋਂਦੇ ਨੇ, ਦੋਵੇਂ ਦੁਖੀ ਹੁੰਦੇ ਨੇ ਅਗਿਆਨ ਵਿੱਚ। ਔਰ ਗਿਆਨ ਹੋਣ ਤੇ ਅੰਧ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਭਾਵੇਂ ਪੁਰਸ਼ ਹੈ ਜਾਂ ਇਸਤਰੀ ਹੈ, ਪ੍ਰਤੱਖ ਉਹ ਆਨੰਦ ਵਾਲਾ ਜੀਵਨ ਬਤੀਤ ਕਰਦੇ ਨੇ। ਵਾਹਿਗੁਰੂ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ, ਉਹਨਾਂ ਨੂੰ ਸਾਰੇ ਥਾਵਾਂ 'ਤੇ, ਗਿਆਨਵਾਨ ਨੂੰ ਆਪਣਾ ਦੇਸ਼ ਹੋਵੇ, ਵਿਦੇਸ਼ ਹੋਵੇ, ਸਾਰੇ ਥਾਵਾਂ 'ਤੇ ਸੁੱਖ ਪ੍ਰਾਪਤ ਹੁੰਦਾ। ਸੁੱਖ ਹੀ ਸੁੱਖ, ਆਨੰਦ ਹੀ ਆਨੰਦ। ਸੰਤ ਹੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਕਿ ਉਹਨਾਂ ਦਾ ਮਾਲਕ ਜਿਹੜਾ ਸਾਰੇ ਥਾਵਾਂ 'ਤੇ ਪੂਰਨ ਹੁੰਦਾ ਹੈ, ਕਦੇ ਅਸੰਗ ਨਹੀਂ ਹੁੰਦਾ ਉਹਨਾਂ ਦਾ, ਉਹਦੇ ਨਾਲ ਜੁੜ ਕੇ ਆਨੰਦ ਮਾਣਦੇ ਨੇ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਕਿਉਂ? ਮਹਾਂਪੁਰਸ਼ ਜਿਨ੍ਹਾਂ ਦੇ ਹਿਰਦੇ ਜਿੰਨਾ ਕਮਾਈ ਕੀਤੀ, ਉਹਨਾਂ ਦੇ ਹਿਰਦੇ ਵਿੱਚ ਖਲੋਇਆ ਦਾ ਭਾਵ ਸਥਿਤ ਹੋਇਆ ਆਪ। ਉਹਨਾਂ ਦੇ ਕੰਮ, ਮੁਕਤੀ ਰੂਪੀ ਕਾਰਜ, ਚਿਤਵੇ ਹੋਏ ਫਲ,
ਫਿਰ ਉਹ ਜਿੱਥੇ ਰਹਿੰਦੇ ਨੇ ਲੋਕ ਆਉਂਦੇ ਨੇ, ਉਹਨਾਂ ਦੀ ਸਹੂਲਤ ਵਾਸਤੇ ਉਹਨਾਂ ਨੂੰ ਲੰਗਰ ਚਲਾਉਣੇ ਪੈਂਦੇ ਆ, ਦਰਬਾਰ ਬਣਾਉਣੇ ਪੈਂਦੇ ਆ, ਸਰਾਵਾਂ ਬਣਾਉਣੀਆਂ ਪੈਂਦੀਆਂ ਨੇ, ਔਰ ਪਰਪਕਾਰ ਦੇ ਬੇਅੰਤ ਕਾਰਜ ਹਰ ਕੰਮ ਕਰਾਵਣ ਆਇਆ। ਫਿਰ ਉਹ ਵੀ ਉਹਨਾਂ ਦੀ ਚਿਤਵਨੀ ਜੇ ਉੱਠਦੀ, ਭਾਵੇਂ ਪਹਿਲਾਂ ਨਹੀਂ ਹੁੰਦੀ, ਜੇ ਚਿਤਵਨੀ ਬਣਦੀ ਹੈ ਸ਼ੁਭ ਇੱਛਾ, ਸ਼ੁਭ ਵਿਚਾਰਨਾ, ਤਨੂ ਮਾਨਸਾ, ਤਾਂ ਉਹ ਸਾਰੇ ਕੰਮ ਵੀ ਹੋਈ ਜਾਂਦੇ ਫਤਿਹ ਆਪੇ ਹੀ। ਫਿਰ ਹਰ ਕੰਮ ਕਰਾਵਣ ਆਇਆ ਰਾਮ, ਸੰਗਤ ਦੇ ਰੂਪ ਵਿੱਚ ਪ੍ਰੇਰਨਾ ਦੇ ਕੇ ਵਾਹਿਗੁਰੂ ਉਹਨਾਂ ਦੇ ਸਾਰੇ ਕਾਰਜ ਹੀ ਕਰਾ ਲੈਂਦਾ। ਜੇ ਪੂਰਨ ਮਹਾਂਪੁਰਖਾਂ ਦੇ ਕਿੰਨੇ ਸਥਾਨ ਬਣੇ, ਹੁਣ ਵੀ ਲੰਗਰ ਚੱਲਦੇ ਹਨ। ਰਾੜਾ ਸਾਹਿਬ ਵੇਖ ਲਓ, ਕਿੰਨੇ ਸਥਾਨ ਨੇ ਮਹਾਂਪੁਰਖਾਂ ਦੇ। ਹਰ ਕੰਮ ਕਰਾਵਣ ਆਇਆ ਰਾਮ, ਵਾਹਿਗੁਰੂ ਉਹਨਾਂ ਦੇ ਆਪ ਕਾਰਜਾਂ ਨੂੰ ਕਰਾਉਣ ਆਉਂਦਾ ਹੈ। ਮਨ ਦੇ ਵਿੱਚ ਚਿਤਵੇ ਹੋਏ ਕਾਰਜ ਰਾਸ ਹੁੰਦੇ ਨੇ, ਜੋ ਚੇਤਾ ਕਰ ਲੈਣ ਉਹੀ ਪੂਰਾ ਹੁੰਦਾ। ਜੋ ਜੋ ਚਿਤਵੈ ਸਾਧ ਜਨ ਸੋ ਲੇਤਾ ਮਾਨ, ਉਸੇ ਵੇਲੇ ਮਨ ਦਾ ਸਵੀਕਾਰ ਹੁੰਦਾ ਉਹਦੇ ਦਰ 'ਤੇ ਉਹਨਾਂ ਦਾ ਫੁਰਨਾ। ਔਰ ਉਹਨਾਂ ਬਾਰੇ ਮਹਾਰਾਜ ਹੋਰ ਵੀ ਕਹਿੰਦੇ ਨੇ, ਜਨ ਕੇ ਪੂਰਨ ਹੋਏ ਕਾਮ, ਪਿਆਰੇ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ ਜਿੰਨੇ ਚਿਤਵੇ। ਕਲੀ ਕਾਲ ਮਹਾ ਵਿਖਿਆ ਮਹਿ, ਲੱਜਾ ਰਾਖੀ ਰਾਮ, ਵਾਹਿਗੁਰੂ ਨੇ ਉਹਨਾਂ ਦੀ ਲੱਜਾ ਇੱਜ਼ਤ ਰੱਖਦਾ ਹੈ। ਸਾਰੇ ਕਾਰਜ ਸੰਪੂਰਨ ਜਿੰਨੇ ਚਿਤਵੇ ਹੁੰਦੇ। ਇਹ ਆਪ ਜੀ ਦਾ ਵੀ ਕਾਰਜ ਹੀ ਸੀ ਬਹੁਤ ਵੱਡਾ, ਹਰਿਮੰਦਰ ਸਾਹਿਬ ਸਾਜਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਾਸ਼। ਹਰ ਕੰਮ ਕਰਾਵਣ ਯਾਰ, ਉਹਨਾਂ ਦੇ ਸਾਰੇ ਕਾਰਜ ਕਰਾਉਣ ਵਾਸਤੇ ਆਪ ਆਇਆ ਹੈ, ਆਪ ਵਾਹਿਗੁਰੂ ਪ੍ਰਗਟ ਹੋ ਆਇਆ ਹੈ। ਫਿਰ ਉਹਨਾਂ ਦੇ ਬਰਕਤਾਂ ਹੀ ਬਰਕਤਾਂ, ਜੀਵਨ ਵਿੱਚ ਰਸਨਾ 'ਤੇ ਵੀ ਬਰਕਤ, ਨੇਤਰਾਂ ਵਿੱਚ ਵੀ ਬਰਕਤ, ਚਰਨਾਂ ਦੀ ਧੂੜੀ ਵਿੱਚ ਵੀ ਬਰਕਤ। ਹਿਰਦੇ ਵਿੱਚ ਇੱਕ ਰਸ ਵਾਸਾ ਹੁੰਦਾ ਹੈ, ਚੌਂ ਥਾਵਾਂ 'ਤੇ ਵਾਸਾ ਹੁੰਦਾ ਮਹਾਂਪੁਰਖਾਂ ਦੇ ਪ੍ਰਤੱਖ। ਲੋਕ ਕਹਿੰਦੇ ਆ ਮੇਰ ਦੀ ਨਿਗਾਹ ਪਾ ਦਿਓ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਅੰਮ੍ਰਿਤ ਵਰਸਦਾ ਹੈ। ਰਸਨਾ ਤੋਂ ਕੋਈ ਵਰਦਾਨ ਬਚਨ ਪੂਰੇ ਹੁੰਦੇ ਨੇ, ਜਿਹੜੇ ਵੀ ਨਿਕਲਦੇ ਨੇ। ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ, ਉਹ ਪੂਰੇ ਹੁੰਦੇ ਨੇ ਵਚਨ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹੀਓ। ਸੁਣੋ, ਜੇ ਪੁੱਛਦੇ ਹੋ ਕਿੱਥੇ ਆ ਵਸਦਾ ਵਾਹਿਗੁਰੂ, ਸੰਤਾਂ ਦੀ ਰਸਨਾ 'ਤੇ ਵਸਦਾ। ਜਿਹੜੇ ਉਹਨੂੰ ਸਵਾਸ ਸਵਾਸ ਅਰਾਧਦੇ ਨੇ, ਉਹਨਾਂ ਦੀ ਰਸਨਾ 'ਤੇ ਵਾਸਾ ਹੈ, ਹਿਰਦੇ ਵਿੱਚ ਵੀ ਵਾਸਾ ਹੈ। ਭਗਤ ਜਨਾਂ ਕਾ ਹਿਰਦਾ ਸਭ ਧਰਮ, ਸੋ ਹਿਰਦੇ ਵਿੱਚ ਵੀ ਇੱਕ ਰਸ ਵਾਸਾ ਹੈ ਉਹਨਾਂ ਦੇ। ਆਤਮਾ ਸਰੂਪ ਕਰਕੇ ਵਾਸ ਹੀ ਰਿਹਾ, ਆ ਪ੍ਰਗਟ ਕਰ ਲਿਆ ਹੁੰਦਾ ਉਹਨਾਂ ਨੇ। ਸਾਡੇ ਅੰਦਰ ਗੁਪਤ ਆ, ਫਰਕ ਇਹ ਹੁੰਦਾ ਹੈ। ਇਉਂ ਧੂੜੀ ਵਿੱਚ, ਚਰਨਾਂ ਦੀ ਧੂੜੀ ਵਿੱਚ ਵੀ ਬਰਕਤ ਹੁੰਦੀ ਆ, ਉਹ ਵੀ ਵਾਰ-ਵਾਰ ਮੰਗੀ। ਧੂੜੀ ਮੱਜਨ ਸਾਧ ਖੇ, ਸਾਈਂ ਥੀਏ ਕਿਰਪਾਲ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਹਨਾਂ ਦੇ ਅੰਦਰ ਪ੍ਰਗਟ ਹੋ ਆਇਆ, ਉਹਨਾਂ ਦੇ ਸਾਰੇ ਕਾਰਜ ਹੀ ਰਾਸ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਹਨਾਂ ਦੀ ਬੁੱਧੀ ਰੂਪੀ ਧਰਤੀ ਆਤਮ ਵਿਸ਼ੈਣੀ ਬਣ ਜਾਂਦੀ। ਬੁੱਧੀ ਆਤਮਾ ਦੇ ਵਿਸ਼ੇ ਦਾ ਨਿਰਣਾ ਕਰਨ ਵਾਲੀ, ਪ੍ਰਗਟ ਨਾਮ ਦਾ ਰਸ ਲੈਣ ਵਾਲੀ ਬੁੱਧੀ ਰੂਪ ਧਰਤੀ ਵੀ ਸੋਭਨੀਕ ਹੋ ਜਾਂਦੀ ਹੈ। ਕਿਸੇ ਤਰ੍ਹਾਂ ਦੀ ਉਪਾਧੀ ਨਹੀਂ ਰਹਿ ਜਾਂਦੀ, ਕੋਈ ਸੋਚਣੀ ਨਹੀਂ ਰਹਿ ਜਾਂਦੀ, ਦੁਆਇਸ਼ ਮਿਟ ਜਾਂਦੀ ਹੈ। ਔਰ ਬੁੱਧੀ ਰੂਪੀ ਧਰਤੀ ਵੀ ਆਤਮ ਵਿਸ਼ੈਣੀ ਬੁੱਧ ਜਿਹੜੀ ਪ੍ਰਾਪਤ ਹੁੰਦੀ, ਸੋਭਨੀਕ ਹੋ ਜਾਂਦੀ, ਫੱਬ ਜਾਂਦੀ ਹੈ। ਤਾਲ ਸੁਹਾਵਾ, ਉਹਨਾਂ ਦਾ ਸਰੀਰ ਵੀ, ਹਿਰਦਾ ਵੀ ਨਿਮਰਤਾ ਵਾਲਾ ਹੋ ਜਾਂਦੀ, ਨਿਮਰਤਾ ਵਾਲਾ। ਹਿਰਦਾ ਰੂਪੀ ਤਾਲ ਜਿਹੜਾ ਸਰੋਵਰ ਆ, ਉਹ ਸੋਭਨੀਕ ਹੋ ਜਾਂਦਾ ਹੈ, ਨਾਮ ਜਲ ਨਾਲ ਭਰ ਜਾਂਦਾ ਹੈ। ਇਸੇ ਕਰਕੇ ਕਿਹਾ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਪੂਰੇ ਗੁਰਾਂ ਤੋਂ ਉਹਨਾਂ ਨੇ ਗਿਆਨ ਨੂੰ ਪ੍ਰਾਪਤ ਕਰਨ ਦੀ ਗਿਆਤ ਪਾਈ ਹੈ, ਜਾਣੀ। ਅਤੇ ਉਹਨਾਂ ਦੇ ਹਿਰਦੇ ਸਰੋਵਰ ਵਰਗੇ ਹੋ ਗਏ, ਸਰਸੇ ਸਰੋਵਰ ਵਰਗੇ। ਤਾਲ ਸੁਹਾਵਾ, ਹਿਰਦਾ ਰੂਪੀ ਜਿਹੜਾ ਸਰੋਵਰ ਆ ਨਾ, ਤਲਾਬ, ਉਹ ਵੀ ਸੋਭਨੀਕ ਹੋ ਗਿਆ ਹੈ। ਨਾਮ ਜਲ ਨਾਲ ਲਪਾਲਪ ਭਰ ਜਾਂਦਾ ਹੈ। ਇੱਕੋ ਇੱਕ ਤਾਂਘ ਹੁੰਦੀ, ਨਾਮ ਦੀ ਕਮਾਈ ਇਹ ਨਾ ਛੁੱਟੇ। ਨਾਮ ਦੀ ਕਮਾਈ ਕਰਦੇ ਨੇ, ਬੜੀ ਤਾਂਘ ਖਿੱਚ ਹੁੰਦੀ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਕਿਉਂਕਿ ਉਹਦੇ ਵਿੱਚ ਨਾਮ ਅੰਮ੍ਰਿਤ
ਮਿੱਠਾ ਨਾਮ ਰੂਪੀ ਅੰਮ੍ਰਿਤ ਜਿਹੜਾ ਮੁੜ ਕੇ ਦੁਬਾਰੇ ਮੌਤ ਨਹੀਂ ਹੋਣ ਦਿੰਦਾ। ਕਾਲ ਦੇ ਸੋ ਕਾਲ ਚੱਕਰ ਨਹੀਂ ਮੁੜ ਕੇ ਕਾਲ ਨਹੀਂ ਮਾਰਦਾ ਹੈ। ਅਮਰ ਆਨੰਦ ਸਰੂਪ ਵਿੱਚ ਉਹ ਆਤਮਾਵਾਂ ਲੀਨ ਹੋ ਜਾਂਦੀਆਂ। ਉਹ ਮਿੱਠਾ ਅੰਮ੍ਰਿਤ ਵਰਗਾ ਜਲ ਵਿੱਚ ਅੰਮ੍ਰਿਤ ਨਾਮ ਅੰਮ੍ਰਿਤ ਉਹਨਾਂ ਦੇ ਹਿਰਦੇ ਰੂਪੀ ਸਰੋਵਰ ਵਿੱਚ ਛਾ ਜਾਂਦਾ, ਸਾਰੇ ਫੈਲ ਜਾਂਦਾ ਹੈ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ। ਅੰਮ੍ਰਿਤ ਨਾਮ ਰੂਪੀ ਹਿਰਦੇ ਰੂਪੀ ਜਲ ਦੇ ਵਿੱਚ ਅੰਮ੍ਰਿਤ ਨਾਮ ਰੂਪੀ ਜਲ ਉਹਨਾਂ ਦੇ ਫੈਲ ਜਾਂਦਾ ਸਾਰੇ। ਜਦੋਂ ਆਤਮਾ ਦਾ ਗਿਆਨ ਪ੍ਰਗਟ ਹੁੰਦਾ ਹੈ ਸਭ ਹਿੱਸੇ ਸਰੀਰ ਦੇ ਪਵਿੱਤਰ ਹੋ ਜਾਂਦੇ ਨੇ। ਪੂਰਨ ਸਾਜ ਕਰਾਇਆ, ਵਾਹਿਗੁਰੂ ਨੇ ਸੋਹਣੇ ਗੁਣਾਂ ਦੀ ਪੂਰੀ ਸਜਾਵਟ ਜਿਹੜੀ ਹੈ ਬਨਾਵਟ ਉਹਨਾਂ ਦੇ ਬਣਾਈ। ਮੇਰੀ ਸੇਜ ਜਿਹੜੀ ਹੈ ਆਡੰਬਰ ਬਣਿਆ ਸੋਹਣਾ ਸੁਭ ਗੁਣਾਂ ਦਾ ਸਾਜ ਅੰਤਰੀਵ ਗੁਣ ਜਿਹੜੇ ਆਤਮਿਕ ਆਨੰਦ ਨੂੰ ਦੇਣ ਵਾਲੇ ਨੇ। ਸੋ ਸੋਹਣਾ ਉਹਨਾਂ ਦੇ ਧਰਤੀ ਜਿਵੇਂ ਫੱਬਦੀ ਹੈ ਤੇ ਫਿਰ ਬਨਾਸਪਤੀ ਹਰੀ ਹਰੀ ਪੈਦਾ ਹੁੰਦੀ। ਸੁਭ ਗੁਣਾਂ ਦੀਆਂ ਕਰੂੰਬਲਾਂ ਫੁੱਟ ਪੈਂਦੀਆਂ ਨੇ ਹਿਰਦੇ ਰੂਪੀ ਧਰਤੀ। ਉਹਨਾਂ ਦੇ ਆਤਮ ਵਿਸ਼ੈਣੀ ਬੁੱਧੀ ਵਿੱਚ ਕਰੁਣਾ ਮੈਤਰੀ ਮੁਦਤਾ ਉਪੇਖਿਆ ਇਹ ਟਹਿਣੀਆਂ ਫੁੱਟ ਪੈਂਦੀਆਂ ਨੇ। ਸੋਹਣੇ ਗੁਣ ਸਾਜ ਕਰਾਇਆ ਇਹਦੇ ਨਾਲ ਹਰੀ ਭਰੀ ਹੋ ਜਾਂਦੀ ਹੈ। ਸਜਾਉਣਾ ਕੀਤਾ ਸਗਲ ਮਨੋਰਥ ਪੂਰੇ, ਸਾਰੇ ਮਨੋਰਥ ਮਨ ਦੇ ਅਰਥ ਚਿਤਵੇ ਹੋਏ ਪੂਰੇ ਹੋ ਜਾਂਦੇ। ਰੱਬ ਦੇ ਪਿਆਰਿਆਂ ਦੇ ਸਾਰੇ ਪੂਰੇ ਹੋਏ ਜਾਂਦੇ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ। ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਦੀ ਜੈ ਜੈਕਾਰ ਹੁੰਦੀ ਗਿਆਨਵਾਨਾਂ ਦੀ, ਪੂਰਨ ਪੁਰਖਾਂ ਦੀ। ਸਭ ਥਾਵਾਂ 'ਤੇ ਵਡਿਆਈ ਹੁੰਦੀ ਹੈ। ਦਸਾਂ ਦਿਸ਼ਾ ਵਿੱਚ ਜਿੱਥੇ ਜਾਣ ਉੱਥੇ ਹੀ ਸਤਿਕਾਰ ਮਿਲਦਾ ਹੈ, ਮਾਨ ਮਿਲਦਾ ਹੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਚਖ ਚਖ ਆਵੈ ਜਾਵੈ। ਜਿਹੜਾ ਵਾਹਿਗੁਰੂ ਦਾ ਪਿਆਰਾ ਹੋ ਜਾਂਦਾ ਸਾਰਿਆਂ ਦਾ ਪਿਆਰਾ ਹੋ ਜਾਂਦਾ, ਸਾਰੇ ਪਿਆਰ ਕਰਦੇ ਉਹਨੂੰ। ਜੇ ਤੂੰ ਮੇਰਾ ਹੋਏ ਰਹਾ ਤਾਂ ਸਭ ਜਗ ਤੇਰਾ ਹੋਏ ਕਰਕੇ ਕਿਹਾ ਸੀ। ਜੇ ਤੂੰ ਰੱਬ ਦਾ ਹੋ ਜਾਵੇਂ ਸਾਰਾ ਜਗ ਤੇਰਾ ਹੋ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ। ਜੈ ਜੈਕਾਰ ਜਗ ਦੇ ਵਿੱਚ ਉਹਨਾਂ ਦਾ ਇਹ ਜੈ ਜੈਕਾਰ ਜਸ ਹੋਇਆ ਹੈ। ਸੋ ਲਾਥੇ ਸਗਲ ਵਿਸੂਰੇ, ਜਿਹੜੇ ਕੋਈ ਵਿਸੂਰੇ ਝੋਰੇ ਆਦਿਕ ਹੁੰਦੇ ਆ ਔਗਣਾ ਕਰਕੇ ਜਿਹੜੇ ਹੁੰਦੇ ਸਭ ਲੱਥ ਜਾਂਦੇ ਨੇ, ਐਸੇ ਵਰਸਾਏ ਜਾਂਦੇ ਨੇ। ਔਗਣ ਆਦਿਕ ਉਹਨਾਂ ਦੀ ਸੰਗਤ ਕਰਨ ਵਾਲਿਆਂ ਦੇ ਵੀ ਲੱਥ ਜਾਂਦੇ ਨੇ ਸਾਰਿਆਂ। ਪੂਰਨ ਪੁਰਖ ਚੌਥਾ ਬਿਨਾਸੀ ਜਸ ਵੇਦ ਪੁਰਾਣੀ ਗਾਇਆ। ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਪੂਰਨ ਹੈ, ਸਾਰੇ ਪਰਿਪੂਰਨ ਹੈ, ਇੱਕ ਰਸ ਹੈ, ਕਿਤੇ ਵੀ ਖਾਲੀ ਨਹੀਂ ਜਿਹਦੇ ਤੋਂ ਜਗ੍ਹਾ। ਪੂਰਨ ਤੋਂ ਭਾਵ ਸਾਰੇ ਭਰਿਆ ਹੋਇਆ, ਭਰਪੂਰ ਹੈ। ਸੋ ਪੂਰਨ ਪੁਰਖ ਆ, ਕਦੇ ਘਟਦਾ ਵਾਧਾ ਨਹੀਂ। ਤਿੰਨਾਂ ਕਾਲਾਂ ਵਿੱਚ ਇੱਕ ਰਸ ਹੈ ਜੋਤ, ਇਸ ਕਰਕੇ ਵੀ ਪੂਰਨ ਪੁਰਖ ਆ। ਸੋ ਐਸਾ ਬਲ ਨੂੰ ਰੱਖਣ ਵਾਲਾ ਪੁਰਖ, ਪੁਰਸ਼ਾਰਥ ਵਾਲਾ ਬਲੀ ਹੈ। ਔਰ ਵਾਹਿਗੁਰੂ ਪਰਮੇਸ਼ਰ ਅਚੋਤਾ ਬਿਨਾਸੀ, ਅਚੋਤ ਇੱਕ ਰਸ ਹੈ, ਅਡਿੱਗ ਹੈ, ਨਾਸ ਹੋਣ ਤੋਂ ਰਹਿਤ ਹੈ। ਐਸਾ ਜਿਹੜਾ ਵਾਹਿਗੁਰੂ ਉਹਦਾ ਗਿਆਨ ਹੋ ਜਾਂਦਾ ਹੈ ਹਿਰਦੇ ਵਿੱਚ। ਆਤਮਾ ਵੀ ਐਸਾ ਹੀ ਆਨੰਦ ਸਰੂਪ, ਅਮਰ ਆਨੰਦ ਸਰੂਪ ਆ। ਉਹਨਾਂ ਦੀ ਆਤਮਾ ਪਰਮਾਤਮਾ ਦਾ ਰੂਪ ਹੋ ਜਾਂਦੀ ਹੈ। ਜਾ ਸੋ ਵੇਦ ਪੁਰਾਣੀ ਗਾਇਆ। ਉਹਨਾਂ ਨੇ ਸਮਝ ਕੇ ਜਸ ਵੇਦ, ਜਿਸ ਕਿ ਵੇਦ ਚਾਰ ਵੇਦ ਨੇ ਬ੍ਰਹਮਾ ਜੀ ਦੇ ਉਚਾਰੇ ਹੋਏ, ਪੁਰਾਣੀ ਵਿਆਸ ਜੀ ਦੇ ਬਣਾਏ ਹੋਏ ਪੁਰਾਣ ਨੇ 18 ਪੁਰਾਣ। ਇਹ ਧਾਰਮਿਕ ਪੋਥੀਆਂ ਨੇ ਵੀ ਉਹਦਾ ਜਸ ਗਾਇਆ ਹੈ। ਜਸ ਵੇਦ ਪੁਰਾਣੀ ਗਾਇਆ, ਇਹ ਨਿਸ਼ਚਾ ਹੋ ਗਿਆ ਜੇ ਚਾਰ ਵੇਦਾਂ ਨੇ ਪੁਰਾਣਾਂ ਨੇ ਜਸ ਗਾਇਆ, ਇਹ ਉਹਨਾਂ ਨੇ ਵੀ ਗਾਇਆ ਹੈ ਸਿੱਖਿਆ ਲੈ ਕੇ। ਕਿ ਧਾਰਮਿਕ ਗ੍ਰੰਥ ਇੱਕ ਅਕੀਦਾ ਨਾਮ ਦੇ ਉੱਪਰ, ਬਾਕੀ ਕਰਮ ਧਰਮ ਛੁੱਟ ਜਾਂਦੇ ਨੇ। ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਬਾਕੀ ਹੋਸ਼ੀਆਂ ਗੱਲਾਂ ਨੇ। ਇਹ ਸਮਝ ਕੇ ਉਹਨਾਂ ਪੂਰਨ ਪੁਰਖ ਦਾ ਜਸ ਗਾਇਆ ਹਰ ਵੇਲੇ, ਭੁੱਲੇ ਵੀ ਨਹੀਂ ਟੁੱਟਣ ਦਿੰਦੇ। ਇਸੇ ਕਰਕੇ ਕਿਹਾ ਸੀ ਜਿਨ੍ਹਾਂ ਸਾਸ ਗਿਰਾਸ ਨਾ ਵਿਸਰਾਇ ਸੇ ਹਰ ਜਨ ਪੂਰੇ ਸਹੀ ਜਾਣ।
ਠੀਕ ਉਹਨਾਂ ਨੂੰ ਰੱਬ ਦੇ ਪਿਆਰੇ ਪੂਰੇ ਜਾਣ ਲਓ, ਜਿਨ੍ਹਾਂ ਨੂੰ ਹਰੇਕ ਸਵਾਸ ਦੇ ਨਾਲ ਚੇਤੇ ਨਹੀਂ ਭੁੱਲਦਾ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਵਾਹਿਗੁਰੂ ਨੇ। ਆਪਣਾ ਬਿਰਦ, ਆਪਣਾ ਮੁੱਢ ਕਦੀਮਾਂ ਵਾਲਾ ਸੁਭਾਅ, ਜਿੰਨੇ ਸ਼ਰਨ ਪਏ ਨੇ, ਜਿਨ੍ਹਾਂ ਨੇ ਜਪਿਆ ਆਰਾਧਿਆ, ਜਿੰਨੀ ਭਾਵਨਾ ਨਾਲ ਉਹਨਾਂ ਨੇੜੇ ਹੋ ਕੇ ਉਹਨੇ ਵਾਹਿਗੁਰੂ ਨੇ ਕਾਰਜ ਕੀਤੇ, ਆਪਣਾ ਪੈਜ ਰੱਖੀ ਉਹਨਾਂ ਦੀ, ਉਹਨਾਂ ਨੂੰ ਨਿਵਾਜਣ ਵਾਲਾ ਸੁਭਾਅ ਰੱਖਿਆ ਹੈ। ਉਹ ਗਰੀਬ ਨਿਵਾਜ ਆ, ਜਿੰਨੇ ਨੀਵੇਂ ਹੋ ਕੇ ਨੀਵੇਂ ਮਨ ਨਾਲ ਉਹ ਆਰਾਧਦੇ ਨੇ, ਅਰਦਾਸਾਂ ਕਰਦੇ ਨੇ, ਉਹਨਾਂ ਨਿਵਾਜਦਾ ਹੈ। ਉਹ ਗਰੀਬ ਨਿਵਾਜ ਆ, ਸਾਡੇ ਕਾਰਜ ਵਿੱਚ ਵੀ ਆਪ ਆਇਆ ਹੈ। ਜਿਹੜਾ ਛੱਡ ਕੇ ਚਲੇ ਗਏ ਸੀ ਕੰਮ, ਉਹ ਆਪ ਕਰਤਾ ਸਵੇਰੇ ਆਉਂਦਿਆਂ ਨੂੰ ਸਰੋਵਰ ਦੀ ਕਾਰ ਸੇਵਾ। ਉਹ ਐਸਾ ਗਰੀਬ ਨਿਵਾਜ ਹੈ, ਸੱਚੇ ਪਾਤਸ਼ਾਹ ਢਿੱਲ ਨਹੀਂ ਕਰਦਾ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਵਾਹਿਗੁਰੂ ਨੇ ਉਹਨਾਂ ਪਿਆਰਿਆਂ ਦੀ ਕਿ ਮੇਰੇ ਹੋ ਗਏ ਆ, ਉਹ ਉਹਨਾਂ ਦਾ ਹੋ ਜਾਂਦਾ ਹੈ। ਜਿਹੜੇ ਗੁਰੂ ਨੂੰ ਸਮਰਪਿਤ ਆਪਾ ਕਰ ਦਿੰਦੇ, ਤਨ ਮਨ ਧਨ ਸਭ ਗੁਰੂ ਸਾਹਿਬ ਉਹਨਾਂ ਜੋਗੇ ਹੋ ਜਾਂਦੇ। ਭਾਈ ਜੋਗਾ ਸਿੰਘ ਨੂੰ ਇਹੋ ਹੀ ਕਿਹਾ ਸੀ ਤੁਹਾਡੇ ਜੋਗਾ ਕਿ ਫਿਰ ਤੂੰ ਸਾਡੇ ਜੋਗਾ, ਗੁਰੂ ਤੇਰੇ ਜੋਗਾ ਹੈ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਉਹਨਾਂ ਪਿਆਰਿਆਂ ਦਾ ਪਰਮੇਸ਼ਰ ਨੇ ਆਪਣਾ ਮੁੱਢ ਕਦੀਮਾਂ ਦਾ ਪ੍ਰਤਪਾਲਨਾ ਕਰਨ ਵਾਲਾ ਸੁਭਾਅ ਰੱਖਿਆ, ਉਹਨਾਂ ਦੀ ਰੱਖਿਆ ਕੀਤੀ ਹੈ ਹਰੇਕ ਥਾਂ 'ਤੇ। ਨਾਨਕ ਨਾਮ ਧਿਆਇਆ, ਕਿਉਂਕਿ ਉਹਨਾਂ ਨੇ ਇੱਕੋ ਇੱਕੋ ਵਾਹਿਗੁਰੂ ਦਾ ਨਾਮ ਧਿਆਇਆ ਹੈ। ਅਤੇ ਵਾਹਿਗੁਰੂ ਪਰਮੇਸ਼ਰ ਅਤੇ ਭਗਤ ਜਨ ਤਾਣੇ ਪੇਟੇ ਦੀ ਨਿਆਈ ਫਿਰ ਓਤ ਪੋਤ ਹੋ ਜਾਂਦੇ ਨੇ। ਉਹਨਾਂ ਉਹਦੇ ਨਾਮ ਦਾ ਪੱਲਾ ਨਹੀਂ ਛੱਡਦੇ ਅਤੇ ਵਾਹਿਗੁਰੂ ਫਿਰ ਉਹਨਾਂ ਜੋਗਾ ਹੋ ਜਾਂਦਾ। ਹਰੇਕ ਕਾਰਜ ਵਿੱਚ ਪੈਜ ਰੱਖਦਾ, ਆਪ ਵਰਤਦਾ, ਸੱਚੇ ਪਾਤਸ਼ਾਹ ਉਹਨਾਂ ਦੀ ਜੈ ਜੈਕਾਰ ਕਰਾਉਂਦਾ ਹੈ। ਸੋ ਉਹਨਾਂ ਦੀ ਇੱਜ਼ਤ ਪੱਤ ਰੱਖਦਾ ਹੈ। ਇਉਂ ਇਹ ਦੂਜਾ ਭਾਵ ਹੈ। ਪਹਿਲਾ ਤਾਂ ਉਹ ਹਰਿਮੰਦਰ ਸਾਹਿਬ ਵਾਲਾ ਮਹਾਰਾਜ ਨੇ ਵੇਖ। ਦੂਜਾ ਭਾਵ ਇਹ ਹੈ, ਜਿਹੜੇ ਨਾਮ ਜਪਦੇ ਨੇ ਗੁਰਮੁਖ ਜਨ, ਉਹਨਾਂ ਦੇ ਕਾਰਜ ਸੰਪੂਰਨ ਹੁੰਦੇ ਨੇ। ਸਤਿਗੁਰੂ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਪੂਰਨ ਪੁਰਖ ਚੁੱਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੇ ਮਨ ਹੋਵੇ ਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ, ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੁ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।
ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਤੂੰ ਠਾਕੁਰ ਤੁਮ ਪਹਿ ਅਰਦਾਸ, ਆਗਿਆਕਾਰੀ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ।
ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਭੀ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮੈਂ ਲੇ। ਆਕੀ ਰਹਿ ਨ ਕੋਏ, ਬਚੇ ਸਰਨ ਜੋ ਹੋਏ। ਚੜੇ ਸੁਤਰੇ ਪਾਰ, ਗੁਰ ਪਾਰ ਉਤਾਰਨ ਹਾਰ। ਕਲਗੀ ਸੋ ਹੈ ਸੀਸ, ਗੁਰ ਕਲਗੀ ਧਰ ਜਗਦੀਸ਼। ਗੁਰ ਕਲਗੀ ਧਰ ਜਗਦੀਸ਼। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਤੂੰ ਚਾਓ ਸੱਜਣ ਮੈਂਡਿਆ, ਡੇਈ ਸਿਸ ਉਤਾਰ। ਨੈਣ ਮਹਿੰਜੇ ਤਰਸ ਦੇ, ਕਦ ਪੱਸੀ ਦੀਦਾਰ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸਨੋ, ਮੇਰਾ ਮਨ ਧੀਰੇ। ਦੇਖ ਤੁਮਾਰਾ ਦਰਸਨੋ, ਮੇਰਾ ਮਨ ਧੀਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਘਰ ਪੰਜਵਾ। ਦੁਪਦੇ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਐਸੋ ਗੁਣ ਮੇਰੋ ਪ੍ਰਭ ਜੀ ਕੀਨਾ, ਪੰਚ ਦੋਖ ਅਰ ਅਹੰ ਰੋਗ। ਇਹ ਤਨ ਤੇ ਸਗਲ ਦੂਰ ਕੀਨਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨਾ। ਪੰਚ ਦੋਖ ਅਰ ਅਹੰ ਰੋਗ। ਇਹ ਤਨ ਤੇ ਸਗਲ ਦੂਰ ਕੀਨਾ। ਰਹਾਉ ਬੰਧਨ ਤੋਰ, ਛੋਰ ਬਿਖਿਆ ਤੇ। ਗੁਰ ਕੋ ਸ਼ਬਦ ਮੇਰਾ ਹੀਰਾ ਦੀਨਾ। ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ। ਪ੍ਰੇਮ ਗਹਿਓ ਮੋਹੇ ਹਰ ਰੰਗ ਪੀਨਾ। ਪੇਖਿਓ ਲਾਲਨ ਪਾਟ ਬੀਚ ਖੋਏ।
ਆਨੰਦ ਚੇਤਾ ਹਰਖੇ ਪਤੀਨਾ ਤੈਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨਾ ਪੇਖਿਓ ਲਾਲਨ ਪਾਟ ਬੀਚ ਖੋਏ ਆਨੰਦ ਚੇਤਾ ਹਰਖੇ ਪਤੀਨਾ ਤੈਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। 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 ਵਾਹਿਗੁਰੂ ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
रख लीने हर मेरी, रख लीने हर मेरी। मेर करो तृण ते मोहे जाहे, गरीब निवाज न दूसर तो सो, गरीब निवाज न दूसर तो सो, गरीब निवाज न दूसर तो सो। फूल छिमो हमरी प्रभ आपन, फूलन हार कहाँ को मोसो, फूलन हार